ਪੰਜਾਬੀ ਟ੍ਰਿਬਿਊਨ ਦੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਅਤੇ ਪੰਜਾਬੀ ਟ੍ਰਿਬਿਊਨ ਦੇ ਸੀਨੀਅਰ ਪੱਤਰਕਾਰ ਸ਼੍ਰੀ ਦਵਿੰਦਰਪਾਲ ਤੁਹਾਡੇ ਸਾਹਮਣੇ ਹਾਜ਼ਰ ਹਾਂ। ਦਵਿੰਦਰ ਜੀ ਸਤਿ ਸ਼੍ਰੀ ਅਕਾਲ। ਦਵਿੰਦਰ ਜੀ, ਜਿਵੇਂ ਵਿਸ਼ਵ ਭਰ ਵਿੱਚ ਮਹਾਮਾਰੀ ਦਾ ਰੂਪ ਧਾਰਨ ਕਰ ਚੁੱਕਿਆ ਕਰੋਨਾ ਵਾਇਰਸ, ਇਹਨੂੰ ਲੈ ਕੇ ਤੁਸੀਂ ਕੀ ਸਮਝਦੇ? ਬਿਨਾਂ ਸ਼ੱਕ ਭਾਰਤ ਸਮੇਤ ਦੁਨੀਆ ਦੇ ਵਿੱਚ ਇਸ ਵੇਲੇ ਜਿਹੜੀ ਭਿਆਨਕ ਦੌਰ ਦੇ ਵਿੱਚੋਂ ਅਸੀਂ ਜਿਹੜੀ ਸਾਰੀ ਦੁਨੀਆ ਲੰਘ ਰਹੀ ਹੈ, ਜਿਹੜਾ ਕਰੋਨਾ ਮਹਾਮਾਰੀ ਕਰਕੇ ਇਸ ਵੇਲੇ ਅਮਰੀਕਾ ਦੇ ਹਾਲਾਤ ਅਸੀਂ ਦੇਖ ਰਹੇ ਹਾਂ, ਸਾਰੇ ਹਿੰਦੁਸਤਾਨ ਦੇ ਹਾਲ ਦੇਖ ਰਹੇ ਹਾਂ। ਹਿੰਦੁਸਤਾਨ ਇਸ ਵੇਲੇ ਜਿਹੜਾ ਕਿ ਚੌਥੇ ਨੰਬਰ 'ਤੇ ਪਹੁੰਚ ਗਿਆ। ਜਿਹੜੀ ਸਭ ਤੋਂ ਵੱਡੀ ਇਸ ਵੇਲੇ ਗੱਲ ਆ ਰਹੀ ਹੈ ਵੀ ਸਾਨੂੰ ਇਸ ਬਿਮਾਰੀ ਤੋਂ ਇਹਦੇ 'ਚੋਂ ਗਮ ਨਿਕਲਣ ਲਈ ਲੋਕਾਂ ਨੂੰ ਇੱਕ ਤਾਂ ਦਹਿਸ਼ਤ ਜ਼ਿਆਦਾ ਨਹੀਂ ਹੋਣਾ ਚਾਹੀਦਾ, ਡਰਨਾ ਨਹੀਂ ਚਾਹੀਦਾ। ਸਭ ਤੋਂ ਵੱਡਾ ਬੇਸਿਕ ਸਵਾਲ ਇਹ ਹੈ ਜਿਹੜਾ ਪਿਛਲੇ ਦੌਰ ਦੇ ਵਿੱਚ ਅਸੀਂ ਦੇਖਿਆ ਗਿਆ ਹੈਗਾ, ਜਦੋਂ ਹਿੰਦੁਸਤਾਨ ਦੇ ਵਿੱਚ ਪੰਜਾਬ ਦੇ ਵਿੱਚ ਇਹ ਦੌਰ ਸ਼ੁਰੂ ਹੋਇਆ ਤਾਂ ਇੱਕਦਮ ਕਰਫਿਊ ਲੋਕਡਾਊਨ ਵਾਲੀ ਸਿਚੁਏਸ਼ਨ ਆਈ। ਉਸ ਸਿਚੁਏਸ਼ਨ ਦੇ ਵਿੱਚ ਸਾਡੀ ਖਾਸ ਕਰਕੇ ਪੁਲਿਸ ਐਡਮਿਨਿਸਟ੍ਰੇਸ਼ਨ ਨੇ ਲੋਕਾਂ 'ਤੇ ਬਹੁਤ ਸਖਤੀ ਕੀਤੀ। ਉਸ ਸਖਤੀ ਨਾਲ ਇੱਕ ਦਹਿਸ਼ਤ ਦਾ ਮਾਹੌਲ ਪੈਦਾ ਹੋਇਆ, ਇੱਕ ਡਰ ਦਾ ਮਾਹੌਲ ਪੈਦਾ ਹੋਇਆ। ਚਲੋ ਲੋਕਾਂ ਦੇ ਵਿੱਚ ਜਾਗਰੂਕ ਕਰਨ ਲਈ, ਲੋਕਾਂ ਨੂੰ ਮਹਾਮਾਰੀ ਤੋਂ ਬਚਾਉਣ ਲਈ, ਲੋਕਾਂ ਦੇ ਜਾਨਾਂ ਬਚਾਉਣ ਲਈ ਸਰਕਾਰ ਨੂੰ ਸਟੈਪਸ ਚੱਕਣੇ ਪੈਂਦੇ ਨੇ, ਚੱਕਣੇ ਚਾਹੀਦੇ ਨੇ। ਸਰਕਾਰਾਂ ਦਾ ਫਰਜ਼ ਇਹੀ ਹੈ, ਸਰਕਾਰਾਂ ਦਾ ਫਰਜ਼ ਇਹ ਨਹੀਂ ਵੀ ਕੁਰਸੀ 'ਤੇ ਬਹਿ ਗਏ ਅਤੇ ਆਰਾਮ ਕਰੀਏ। ਸਰਕਾਰਾਂ ਦਾ ਫਰਜ਼ ਲੋਕਾਂ ਦੀ ਜਾਨ ਮਾਲ ਦੀ ਰਾਖੀ ਕਰਨਾ ਹੈ। ਉਹਦੇ ਨਾਲ ਸਿਮਿਲਰਲੀ ਗੱਲ ਇਹ ਹੈ ਵੀ ਲੋਕਾਂ ਦੇ ਵਿੱਚ ਜਾਗਰੂਕਤਾ ਕਿਵੇਂ ਲਿਆਂਦੀ ਜਾਵੇ। ਪਹਿਲੀ ਗੱਲ ਤਾਂ ਇਹ ਹੈ ਵੀ ਇਸ ਬਿਮਾਰੀ ਤੋਂ ਡਰਨ ਦੀ ਲੋੜ ਨਹੀਂ, ਬਚਣ ਦੀ ਲੋੜ ਹੈ। ਡਰ ਕੇ ਨਹੀਂ ਬਚਿਆ ਜਾ ਸਕਦਾ, ਸਾਵਧਾਨੀ ਨਾਲ ਹੀ ਬਚਿਆ ਜਾ ਸਕਦਾ। ਜਿਵੇਂ ਕਿ ਮਾਹਰਾਂ ਨੇ ਕਿਹਾ ਵੀ ਬਾਕਾਇਦਾ ਸਹੀ ਢੰਗ ਨਾਲ ਹੱਥ ਧੋਣੇ, ਮਾਸਕ ਪਹਿਨਣਾ, ਫਿਜ਼ੀਕਲ ਡਿਸਟੈਂਸ ਬਣਾ ਕੇ ਰੱਖਣੀ। ਦੂਜਾ ਜਿਹੜਾ ਸਭ ਤੋਂ ਵੱਡੀ ਗੱਲ ਹੈ ਵੀ ਜੇ ਬਹੁਤ ਹੀ ਜ਼ਰੂਰੀ ਹੈ ਤਾਂ ਘਰੋਂ ਬਾਹਰ ਨਿਕਲਣਾ, ਬੇਲੋੜਾ ਘਰੋਂ ਬਾਹਰ ਨਾ ਨਿਕਲਣਾ। ਇਹ ਜਿਹੜੀਆਂ ਨੇ ਗੱਲਾਂ ਦੇ ਇਹਦੇ ਸਾਨੂੰ ਖਰਾ ਉਤਰਨਾ ਚਾਹੀਦਾ। ਹਰ ਇੱਕ ਦੌਰ ਚੰਗਾ ਮਾੜਾ ਦੌਰ ਆਉਂਦਾ, ਇਹ ਮਾੜਾ ਦੌਰ ਹੈ, ਇਹ ਵੀ ਲੰਘ ਜਾਣਾ। ਜੇ ਇੱਕ ਸਿਆਣੇ ਨੇ ਕਿਹਾ ਜੇ ਵਕਤ ਪਹਿਲਾਂ ਵਾਲਾ ਨਹੀਂ ਰਿਹਾ ਤਾਂ ਹੁਣ ਵਾਲਾ ਵੀ ਨਹੀਂ ਰਹਿਣਾ। ਅਤੇ ਇਸ ਲਈ ਜਿਹੜਾ ਇਹ ਦੌਰ ਵੀ ਹੈ ਇਹ ਵੀ ਇੱਕ ਤਰ੍ਹਾਂ ਨਾਲ ਲੰਘ ਜਾਣਾ ਹੈ। ਹਾਲਾਂਕਿ ਇਸ ਵੇਲੇ ਜਿਹੜਾ ਹਿੰਦੁਸਤਾਨ ਦੇ ਵਿੱਚ ਬਹੁਤ ਜ਼ਿਆਦਾ ਜਿਹੜੇ ਕੇਸਿਸ ਦੀ ਗਿਣਤੀ ਜਿਹੜੀ ਹੈ ਉਹ ਬਹੁਤ ਵੱਧ ਰਹੀ ਹੈ। 15,000 ਦੇ ਕਰੀਬ ਜਿਹੜੇ ਉਹ ਡੇਲੀ ਕੇਸ ਆ ਰਹੇ ਨੇ। ਪੰਜਾਬ ਦੇ ਵਿੱਚ ਵੀ ਜੇ ਹੁਣ ਤੱਕ ਦੇਖਿਆ ਜਾਵੇ ਅਸੀਂ 100 ਤੋਂ ਵੱਧ ਜਿਹੜੀਆਂ ਮੌਤਾਂ ਹੋ ਚੁੱਕੀਆਂ ਨੇ। ਅੰਮ੍ਰਿਤਸਰ, ਲੁਧਿਆਣਾ, ਜਲੰਧਰ ਇਸ ਵੇਲੇ ਜਿਹੜੀ ਹੈ ਸਭ ਤੋਂ ਵਰਸਟ ਸਿਚੁਏਸ਼ਨ ਬਣੀ ਹੋਈ ਹੈ। ਅੰਮ੍ਰਿਤਸਰ ਦੇ ਵਿੱਚ ਸਭ ਤੋਂ ਜ਼ਿਆਦਾ ਡੈਥਸ ਜਿਹੜੀਆਂ ਉਹ ਕਰੋਨਾ ਕਾਰਨ ਹੋ ਚੁੱਕੀਆਂ। ਸਭ ਤੋਂ ਵੱਡੀ ਜਿਹੜੀ ਅਗਲੀ ਗੱਲ ਇਹਦੇ ਵਿੱਚ ਸਾਨੂੰ ਨੋਟ ਕਰਨ ਵਾਲੀ ਹੈ, ਜਿਹੜੀਆਂ ਮੌਤਾਂ ਹੋ ਰਹੀਆਂ ਨੇ ਉਹ ਇਹੋ ਜਿਹੇ ਵਿਅਕਤੀਆਂ ਦੀ ਹੋ ਰਹੀਆਂ ਨੇ ਜਾਂ ਅਜਿਹੇ ਪੀੜਤਾਂ ਦੀਆਂ ਹੋ ਰਹੀਆਂ ਨੇ ਜਿਹੜੇ ਪਹਿਲਾਂ ਹੀ ਕਿਸੇ ਨਾ ਕਿਸੇ ਗੰਭੀਰ ਬਿਮਾਰੀ ਤੋਂ ਸ਼ਿਕਾਰ ਨੇ। ਉਹਨਾਂ 'ਚ ਕੋਈ ਕੈਂਸਰ ਤੋਂ ਪੀੜਤ ਪੇਸ਼ੈਂਟ ਹੋਇਆ, ਕੋਈ ਸ਼ੂਗਰ ਦਾ ਪੇਸ਼ੈਂਟ ਹੋਇਆ, ਕੋਈ ਹਾਈ ਬਲੱਡ ਪ੍ਰੈਸ਼ਰ ਦਾ ਹੋਇਆ, ਕੋਈ ਗੁਰਦਿਆਂ ਤੋਂ ਪੀੜਤ ਹੈ, ਕੋਈ ਕਿਸੇ ਤਰ੍ਹਾਂ ਦੀ ਹੋਰ ਬਿਮਾਰੀ ਤੋਂ ਪੀੜਤ ਹੈ। ਇਸ ਲਈ ਇਹ ਤੋਂ ਸਪਸ਼ਟ ਹੈ ਵੀ ਜਿਹੜੇ ਗੰਭੀਰ ਬਿਮਾਰੀਆਂ ਤੋਂ ਪੀੜਤ ਹੈ ਉਹ ਜ਼ਿਆਦਾ ਸਾਵਧਾਨੀ ਵਰਤਣ। ਜਿਵੇਂ ਇੱਕ ਦੋ ਬੁੱਧੀਜੀਵੀਆਂ ਨੇ ਵੀ ਕਿਹਾ ਵੀ ਜਿਹੜਾ ਆਹ ਟਾਈਮ ਹੈ ਇਹ ਜਾਨਾਂ ਬਚਾਉਣ ਦਾ, ਕੰਮ ਕਰਨ ਨੂੰ ਬਹੁਤ ਜਿਹੜਾ ਟਾਈਮ ਮਿਲਣਾ। ਜਾਨ ਹੈ ਤਾਂ ਜਹਾਨ ਹੈ, ਅਤੇ ਇਸ ਲਈ ਆਪਣੇ ਪਿਆਰਿਆਂ ਦੀ, ਆਪਣੇ ਨੇੜਲਿਆਂ ਦੀ ਜਾਨ ਬਚਾਉਣ ਲਈ ਜਿਹੜੇ ਵੀ ਕਦਮ ਚੁੱਕੇ ਜਾਣੇ ਚਾਹੀਦੇ ਆ ਉਹ ਚੁੱਕਣੇ ਚਾਹੀਦੇ ਆ। ਅੱਜ ਜੇ ਦੇਖੀਏ ਕਰੋਨਾ ਦੇ ਕੇਸਾਂ ਦੀ ਗਿਣਤੀ ਨੂੰ ਲੈ ਕੇ ਭਾਰਤ ਵਿਸ਼ਵ ਵਿੱਚ ਚੌਥੇ ਨੰਬਰ 'ਤੇ ਹੈ। ਇਸ ਬਾਰੇ ਤੁਸੀਂ ਕੀ ਕਹੋ? ਬਿਨਾਂ ਸ਼ੱਕ ਜਿਹੜੇ ਕੇਸਿਸ ਤਾਂ ਮਾਹਿਰਾਂ ਨੇ ਦੱਸਿਆ ਸੀ ਵੀ ਇਹ ਵਧਣਗੇ। ਕੇਸਾਂ ਨਾਲੋਂ ਵੀ ਜਿਹੜਾ ਆਤਿਸ਼ ਜੀ ਜਿਹੜਾ ਡੂੰਘਾ ਸਵਾਲ ਹੈ, ਕਰੋਨਾ ਮਹਾਮਾਰੀ ਨੇ ਹਿੰਦੁਸਤਾਨ ਸਮੇਤ ਸਾਰੇ ਜਿਹੜੇ ਸਾਡਾ ਹੈਲਥ ਇਨਫਰਾਸਟਰਕਚਰ ਹੈ, ਜਿਹੜਾ ਸਾਡਾ ਢਾਂਚਾ ਹੈ ਸਿਹਤ ਦਾ, ਉਹ ਐਕਸਪੋਜ਼ ਕਰਤਾ। ਇਹਦਾ ਮਤਲਬ ਸਾਡੀਆਂ ਸਰਕਾਰਾਂ ਦਾ ਹੈਲਥ ਇਨਫਰਾਸਟਰਕਚਰ 'ਤੇ ਧਿਆਨ ਹੀ ਕੋਈ ਨਹੀਂ ਸੀ। ਜਿਹੜਾ ਕਿ ਹੁਣ ਚਾਹੇ ਉਹ ਅਸੀਂ ਮਹਾਰਾਸ਼ਟਰ 'ਚ ਬੰਬੇ ਦਾ ਹਾਲ ਦੇਖ ਲਈਏ, ਚਾਹੇ ਅਸੀਂ ਦਿੱਲੀ ਦਾ ਹਾਲ ਦੇਖ ਲਈਏ, ਉੱਥੇ ਜਿਹੜੇ ਆ ਉਹ ਭਿਆਨਕ ਹਾਲਾਤ ਬਣੇ ਹੋਏ ਨੇ। ਕਿਵੇਂ ਜਿਹੜੇ ਹੈ ਕਰੋਨਾ ਦੇ ਮਰੀਜ਼ਾਂ ਨੂੰ ਸਾਂਭਣ ਦੇ ਕਿਸ ਤਰ੍ਹਾਂ ਦੇ ਬੰਦੋਬਸਤ ਕਰਨੇ ਪੈ ਰਹੇ ਨੇ, ਕਿੱਥੇ ਕਿੱਥੇ ਕਰਨੇ ਪੈ ਰਹੇ ਨੇ। ਫਿਰ ਜਿਹੜੀ ਅਗਲੀ ਗੱਲ ਹੈ, ਜਿਹੜੀ ਕਰੋਨਾ ਨੇ ਜਿਹੜੀ ਸਭ ਤੋਂ ਜਿਹੜੀ ਤਬਦੀਲੀ ਜਿਹੜੀ ਵੱਡੀ ਲਿਆਂਦੀ ਹੈ, ਹਾਲਾਂਕਿ ਕੋਈ ਵੀ ਦੌਰ ਆਉਂਦਾ, ਜਦੋਂ ਕੋਈ ਮਾੜਾ ਚੰਗਾ ਦੌਰ ਆਉਂਦਾ, ਮਨੁੱਖੀ ਸੁਭਾਅ ਦੇ ਵਿੱਚ ਤਬਦੀਲੀ, ਮਨੁੱਖੀ ਕਿਰਦਾਰ ਦੇ ਵਿੱਚ ਤਬਦੀਲੀ ਲਿਆਉਂਦਾ। ਜਿਹੜੀ ਇਸ ਦੌਰ ਨੇ ਤਬਦੀਲੀ ਲਿਆਂਦੀ ਹੈ, ਬਹੁਤ ਵੱਡੀ ਤਬਦੀਲੀ ਲਿਆਂਦੀ ਹੈ। ਸਾਡੇ ਆਰਥਿਕ ਤਬਦੀਲੀ ਆਊਗੀ, ਸਾਡੀ ਸਮਾਜਿਕ ਤਬਦੀਲੀ ਆਊਗੀ, ਸਾਡੇ ਜਿਹੜੇ ਹੈ ਰਾਜਨੀਤਿਕ ਤੌਰ 'ਤੇ ਵੀ ਤਬਦੀਲੀਆਂ ਆਉਣਗੀਆਂ, ਵੱਡੀਆਂ ਤਬਦੀਲੀਆਂ ਜਿਹੜੀਆਂ ਸਾਨੂੰ ਦੇਖਣ ਨੂੰ ਮਿਲਣਗੀਆਂ। ਸਭ ਤੋਂ ਵੱਡੀ ਗੱਲ ਹੈ ਵੀ ਇਸ ਵੇਲੇ ਜਿਹੜਾ ਅਸੀਂ ਜਦੋਂ ਮੁੱਢਲੇ ਦਿਨਾਂ ਦੇ ਵਿੱਚ ਅਸੀਂ ਕਿੰਨਾ ਭਿਆਨਕ ਦੌਰ ਦੇਖਿਆ। ਸਾਡਾ ਪੰਜਾਬ ਹੀ ਦੇਖ ਲਈਏ ਤਾਂ ਕਿੰਨੇ ਪ੍ਰਵਾਸੀ ਮਜ਼ਦੂਰ ਹੈ ਜਿਹੜੇ ਸੜਕਾਂ 'ਤੇ ਰੁਲਦੇ ਅਸੀਂ ਦੇਖੇ, ਖੁੱਲ੍ਹਦੇ ਦੇਖੇ, ਵਿਚਾਰੇ ਭੁੱਖੇ ਮਰਦੇ, ਲੱਤਾਂ ਸੁੱਜੀਆਂ ਉਹਨਾਂ ਦੀਆਂ, ਪੈਰ ਫਟੇ ਹੋਏ। ਕੀ ਹਾਲਾਤ, ਕਿੰਨਾ ਹਾਲਾਤਾਂ ਦੇ ਵਿੱਚੋਂ। ਇਸ ਲਈ ਸਰਕਾਰਾਂ ਨੂੰ ਵੀ ਜਿਹੜੇ ਆ ਸੰਭਲ ਕੇ
ਕਦਮ ਚੱਕਣੇ ਚਾਹੀਦੇ। ਕਿਸੇ ਤਰ੍ਹਾਂ ਦੀਆਂ ਕੋਈ ਬੰਦਿਸ਼ਾਂ ਲਾਉਣੀਆਂ ਹੈ, ਕੋਈ ਪਾਬੰਦੀਆਂ ਲਾਉਣੀਆਂ ਹੈ, ਕਿਸੇ ਤਰ੍ਹਾਂ ਦਾ ਕੋਈ ਤਰੀਕਾਕਾਰ ਅਪਣਾਉਣਾ ਹੈ ਮਹਾਂਮਾਰੀ ਤੋਂ ਲੋਕਾਂ ਨੂੰ ਬਚਾਉਣ ਲਈ, ਸਾਰੇ ਜਿਹੜੇ ਹੈ ਜਿਹੜੇ ਉਹਦੇ ਤੁਸੀਂ ਸਿੱਟੇ ਜਿਹੜੇ ਆ ਉਹ ਪਹਿਲਾਂ ਦੇਖਣਾ ਚਾਹੀਦਾ ਹੈ ਵੀ ਕੋਈ ਵੀ ਅਸੀਂ ਸਟੈਪ ਚੁੱਕਦੇ ਹਾਂ ਤਾਂ ਉਹਦਾ ਗਰੀਬ ਤੋਂ ਗਰੀਬ ਬੰਦੇ 'ਤੇ ਕੀ ਅਸਰ ਪੈਂਦਾ। ਹੁਣ ਇਸ ਦੌਰ ਦੇ ਵਿੱਚ ਸਭ ਤੋਂ ਜ਼ਿਆਦਾ ਅਸਰ ਕਿਹਦੇ 'ਤੇ ਪਿਆ? ਰੈਸਟੋਰੈਂਟ ਬੰਦ ਹੋਏ ਤਾਂ ਵੇਟਰ, ਕੁੱਕ, ਦੂਸਰੇ ਕਾਰੋਬਾਰ ਬੰਦ ਹੋਏ, ਨਾਈ, ਮੋਚੀ, ਜਿਨ੍ਹਾਂ ਬਾਰੇ ਅਸੀਂ ਸੋਚਦੇ ਹੀ ਨਹੀਂ। ਛੋਟੇ ਕਾਰੋਬਾਰ ਜਿਹੜੇ ਆ ਉਹ ਬੰਦ ਹੋ ਗਏ, ਭੁੱਖਮਰੀ ਦੀ ਕਗਾਰ 'ਤੇ ਪਹੁੰਚ ਗਏ। ਫਿਰ ਅਗਲੀ ਗੱਲ ਜੇ ਅਸੀਂ ਦੇਖੀਏ, ਐਜੂਕੇਸ਼ਨ ਦਾ ਸਾਡਾ ਸਿਸਟਮ ਇਹੋ ਜਿਹਾ ਵੀ ਸਕੂਲਾਂ ਦੇ ਵਿੱਚ ਗਰੀਬ ਘਰਾਂ ਦੇ ਬੱਚਿਆਂ ਦਾ ਡਰੋਪ ਆਊਟ ਰੇਟ ਬਹੁਤ ਸੀ। ਮਿਡ ਡੇ ਮੀਲ ਕਰਕੇ, ਹੋਰਨਾਂ ਕਈ ਕਾਰਨਾਂ ਕਰਕੇ ਥੋੜ੍ਹਾ ਜਿਹਾ ਡਰੋਪ ਆਊਟ ਰੇਟ ਘਟਿਆ ਸੀ। ਹੁਣ ਜੇ ਬੱਚੇ ਸਾਲ ਭਰ ਕਰੇ, ਕਿਉਂਕਿ ਪਿੰਡਾਂ ਦੇ ਵਿੱਚ ਤਾਂ ਨਾ ਇੰਟਰਨੈਟ ਕਨੈਕਸ਼ਨ ਹੈ, ਨਾ ਉਸ ਤਰ੍ਹਾਂ ਦੀ ਆਨਲਾਈਨ ਐਜੂਕੇਸ਼ਨ ਦੀ ਕੋਈ ਫੈਸਿਲਿਟੀ ਹੈ। ਪਿੰਡਾਂ ਦੇ ਬੱਚਿਆਂ ਨੇ, ਗਰੀਬ ਘਰਾਂ ਦੇ ਬੱਚਿਆਂ ਨੂੰ ਕੰਮ ਲਾ ਲੈਣਾ, ਮੁੜ ਕੇ ਉਹਨਾਂ ਨੇ ਭੁੱਲ ਜਾਣਾ ਵੀ ਉਹਨਾਂ ਨੂੰ ਸਕੂਲ ਵੀ ਭੇਜਣਾ। ਬਹੁਤੇ ਤੁਸੀਂ ਦੇਖਿਓ ਡਰੋਪ ਆਊਟ ਰੇਟ ਹੋ ਸਕਦਾ ਵੱਧ ਜੇ। ਮੈਂ ਹੋਰਾਂ ਸਟੇਟਾਂ ਦੀ ਰਿਪੋਰਟਾਂ ਪੜ੍ਹ ਰਿਹਾ, ਹੋਰਾਂ ਸਟੇਟਾਂ 'ਚ ਮਹਾਰਾਸ਼ਟਰ ਵਰਗੀਆਂ ਸਟੇਟਾਂ ਦੇ ਵਿੱਚ ਇਹ ਪ੍ਰੋਬਲਮ ਆਉਣੀ ਸ਼ੁਰੂ ਹੋ ਗਈ ਹੈ। ਦਵਿੰਦਰ ਜੀ, ਜਦੋਂ ਦੇਸ਼ ਦੇ ਵਿੱਚ ਕਰੋਨਾ ਦੇ ਕੇਸਾਂ ਦੀ ਗਿਣਤੀ ਬਹੁਤ ਘੱਟ ਸੀ, ਉਸ ਟਾਈਮ ਕੇਂਦਰ ਸਰਕਾਰ ਨੇ ਦੇਸ਼ 'ਚ ਤਾਲਾਬੰਦੀ ਕਰ ਦਿੱਤੀ। ਲੇਕਿਨ ਜਦੋਂ ਹੁਣ ਰੋਜ਼ਾਨਾ ਹਜ਼ਾਰਾਂ ਕੇਸ ਸਾਹਮਣੇ ਆ ਰਹੇ ਨੇ, ਉਸ ਸਮੇਂ ਕੇਂਦਰ ਸਰਕਾਰ ਨੇ ਤਾਲਾਬੰਦੀ ਵਿੱਚ ਢਿੱਲ ਦੇ ਦਿੱਤੀ। ਇਸ ਨੂੰ ਤੁਸੀਂ ਕਿੰਨਾ ਕੁ ਠੀਕ ਸਮਝਦੇ ਹੋ? ਦੇਖੋ, ਮੈਂ ਇਹ ਸਮਝਦਾ ਵੀ ਕਿਸੇ ਤਰ੍ਹਾਂ ਦੀ ਵੀ ਜਦੋਂ ਪਾਬੰਦੀ, ਜਦੋਂ ਬੰਦਿਸ਼ਾਂ ਲਾਉਂਦੇ ਆ, ਸਾਨੂੰ ਬਿਨਾਂ ਸੋਚੇ ਸਮਝੇ ਕੋਈ ਵੀ ਫੈਸਲਾ ਥੋਪਣਾ ਨਹੀਂ ਚਾਹੀਦਾ। ਉਹਦੇ ਰਿਜ਼ਲਟ ਜਿਹੜੇ ਆ, ਮੈਂ ਜਿਵੇਂ ਪਹਿਲਾਂ ਦੱਸਿਆ, ਉਹਦੇ ਰਿਜ਼ਲਟ ਕੋਈ ਬਹੁਤੇ ਵਧੀਆ ਨਹੀਂ ਹੁੰਦੇ। ਹੁਣ ਫੋਰ ਐਗਜ਼ਾਮਪਲ ਪੰਜਾਬ ਦੇ ਵਿੱਚ 2 ਦਿਨ ਦਾ ਵੀਕਲੀ ਜਿਹੜਾ ਹੈ ਉਹ ਲੋਕਡਾਊਨ ਹੈ, ਸੈਟਰਡੇ ਅਤੇ ਸੰਡੇ ਲੋਕਡਾਊਨ ਹੈ। ਕੀ ਗੌਰਮੈਂਟ ਨੇ ਇਹਦੀ ਕੋਈ ਸਟੱਡੀ ਕਰਾਈ ਹੈ? ਇਹ ਲੋਕਾਂ ਨੂੰ ਦੱਸਣਾ ਚਾਹੀਦਾ ਵੀ ਹਾਂ 2 ਦਿਨ ਨਾਲ ਸਾਨੂੰ ਬੰਦ ਕਰਨ ਨਾਲ ਇਹਦਾ ਕੀ ਫਾਇਦਾ ਹੋਣਾ ਹੈਗਾ। ਕੀ ਇੱਕ ਦਿਨ ਨਾਲ ਨਹੀਂ ਸਾਰਿਆ ਜਾਂਦਾ? ਐਕਸਪਰਟ ਇਹ ਵੀ ਕਹਿੰਦੇ ਨੇ ਵੀ ਚਲੋ ਤੁਸੀਂ ਜੇ ਕੰਪਲੀਟ ਲੋਕਡਾਊਨ ਕਰਨਾ ਹੈ, 1 ਦਿਨ ਕਰ ਲਓ। 2 ਦਿਨ ਨਾਲ ਜੇ ਕੋਈ ਸਾਡੇ ਕੋਲ ਸਟੱਡੀ ਹੈ ਨਹੀਂ, ਅਸੀਂ ਬਿਨਾਂ ਸੋਚੇ ਸਮਝੇ, ਬਿਨਾਂ 1-2 ਬੰਦਿਆਂ ਦੇ ਕਹਿਣ 'ਤੇ ਅਸੀਂ ਵੀ 2 ਦਿਨ ਦਾ ਲੋਕਡਾਊਨ ਕਰ ਦਿੰਦੇ ਹਾਂ, ਉਹਦਾ ਕੀ ਅਸਰ ਹੋਊਗਾ? ਕਈ ਦੁਕਾਨਾਂ ਜਿਹੜੇ ਖੁੱਲ੍ਹੇ, ਸ਼ਰਾਬ ਦੇ ਠੇਕੇ ਖੁੱਲ੍ਹੇ ਨੇ, ਕੀ ਉੱਥੋਂ ਕਰੋਨਾ ਨਹੀਂ ਆ ਸਕਦਾ? ਉਹ 7 ਦਿਨ ਖੁੱਲ੍ਹੇ ਨੇ ਹਫ਼ਤੇ ਦੇ। ਇਸ ਲਈ ਜੋ ਕੋਈ ਵੀ ਸਟੈਪ ਚੁੱਕਣਾ ਹੈ, ਉਹਦੇ ਲਈ ਬਾਕਾਇਦਾ ਸਾਡੇ ਕੋਲ ਇੱਕ ਸਟੱਡੀ, ਉਹਦੇ ਕੋਈ ਪਲਾਨ, ਉਹਦਾ ਕੁਛ ਤਾਂ ਹੋਵੇ ਨਾ। ਅਸੀਂ ਲੋਕਾਂ ਨੂੰ ਬਿਨਾਂ ਸੋਚੇ ਸਮਝੇ ਸਿਰਫ ਇਹ ਕਹੀਏ ਵੀ ਅਸੀਂ ਇਹ ਫੈਸਲਾ ਕਰ ਲਿਆ। ਫੈਸਲਾ ਕਿਉਂ ਕੀਤਾ? ਵੀ ਅਸੀਂ ਇੱਕ ਐਕਸਪਰਟ ਦੀ ਇੱਕ ਕਮੇਟੀ ਬਣਾਈ ਸੀ, ਉਸ ਐਕਸਪਰਟਸ ਨੇ ਇਹ ਰਿਪੋਰਟ ਦਿੱਤੀ ਹੈ ਵੀ ਜੇ ਹਫ਼ਤੇ ਦੇ ਵਿੱਚ 5 ਦਿਨ ਕੰਮ ਕਰੋ, 2 ਦਿਨ ਤੁਸੀਂ ਘਰੇ ਬੈਠੋਗੇ ਤਾਂ ਆਹ ਫਾਇਦਾ ਹੋਊਗਾ। ਉਹ ਵੀ ਸਾਨੂੰ ਨਾਲੋਂ ਨਾਲ ਦੱਸਣਾ ਚਾਹੀਦਾ। ਪੰਜਾਬ ਦੇ ਵਿੱਚ ਕੇਸਿਸ ਤਾਂ ਵੱਧ ਰਹੇ ਨੇਗੇ, ਹਾਲਾਂਕਿ ਮੌਤਾਂ ਵੀ ਬਹੁਤ ਜ਼ਿਆਦਾ ਜਿਹੜੀਆਂ ਪਿਛਲੇ ਇਸੇ ਮਹੀਨੇ ਤੋਂ, ਜੂਨ ਦੇ ਮਹੀਨੇ ਤੋਂ ਅਸੀਂ ਦੇਖੀਏ, ਡੈਥਸ ਵੀ ਜਿਹੜੀਆਂ ਨੇ ਉਹ ਕਰੋਨਾ ਨਾਲ ਬਹੁਤ ਜ਼ਿਆਦਾ ਪੰਜਾਬ ਦੇ ਵਿੱਚ ਵਧੀਆਂ ਨੇ। ਇਸ ਤੋਂ ਸਾਫ਼ ਹੈ ਵੀ ਕਿ ਕੇਂਦਰ ਸਰਕਾਰ ਨੂੰ ਆਪਣੇ ਲੋਕਡਾਊਨ ਦੇ ਵਿੱਚ ਜਿਹੜੀ ਢਿੱਲ ਦਿੱਤੀ ਹੈ, ਇਸ 'ਤੇ ਮੁੜ ਵਿਚਾਰ ਕਰਨਾ ਚਾਹੀਦਾ ਹੈ। ਨਹੀਂ, ਦੇਖੋ ਜੇ ਅਸੀਂ ਦੇਖਿਆ ਜਾਵੇ ਤਾਂ 1 ਜੂਨ ਤੋਂ ਜਿਹੜਾ ਲੋਕਡਾਊਨ ਦੇ ਵਿੱਚ ਇਹਨਾਂ ਨੇ ਛੋਟਾਂ ਦਿੱਤੀਆਂ ਨੇ, ਚਾਹੇ ਉਹ ਸੈਂਟਰ ਨੇ ਦਿੱਤੀਆਂ, ਸਟੇਟਾਂ ਨੇ ਦਿੱਤੀਆਂ, ਬਹੁਤ ਛੋਟਾਂ ਦਿੱਤੀਆਂ ਇਸੇ ਕਰਕੇ ਦਿੱਤੀਆਂ ਕਿਉਂਕਿ ਸਾਡੀ ਜਿਹੜੀ ਆਰਥਿਕਤਾ ਹੈ ਉਹ ਬਿਲਕੁਲ ਲੀਹ ਤੋਂ ਲੈ ਗਈ ਸੀ। ਸਾਡੇ ਗੌਰਮੈਂਟਾਂ ਦਾ, ਚਾਹੇ ਉਹ ਸੈਂਟਰ ਦੀ ਹੋਵੇ ਚਾਹੇ ਸਟੇਟਾਂ ਦਾ ਹੋਵੇ, GST ਕੱਟ ਕੇ ਕਿੱਥੇ ਆ ਗਿਆ ਸੀ? 80% GST ਕੱਟ ਗਿਆ ਸੀ। ਸਾਰੇ ਹਰ ਤਰ੍ਹਾਂ ਦਾ ਧੰਦਾ ਜਿਹੜਾ ਉਹ ਬੰਦ ਹੋ ਗਿਆ ਸੀ। ਇਸ ਲਈ ਸਰਕਾਰਾਂ ਨੂੰ ਵੀ ਜਦੋਂ ਆਪਤ ਆਈ, ਭਾਜਣਾ ਪਈਆਂ, ਤਾਂ ਉਹਨਾਂ ਨੂੰ ਲੋਕਡਾਊਨ ਦੇ ਵਿੱਚ ਰਿਸਟ੍ਰਿਕਸ਼ਨ ਦੇਣ ਲਈ ਮਜਬੂਰ ਹੋਣਾ ਪਿਆ। ਪਰ ਉਸ ਲੋਕਡਾਊਨ ਦਾ ਕੀ ਫਾਇਦਾ ਹੋਇਆ? ਉਹਦੇ ਵਿੱਚ ਵੀ ਟਰਾਂਸਪੇਰੈਂਸੀ ਹੋਣੀ ਚਾਹੀਦੀ ਹੈ, ਉਹਦੇ ਵਿੱਚ ਵੀ ਪਾਰਦਰਸ਼ਤਾ ਹੋਣੀ ਚਾਹੀਦੀ ਹੈ। ਦਵਿੰਦਰ ਜੀ, ਇੱਕ ਮੇਰਾ ਦੂਜਾ ਸਵਾਲ ਇਹ ਹੈ, ਕੱਲ੍ਹ ਪੰਜਾਬ ਕੈਬਨਿਟ ਵੱਲੋਂ ਬਠਿੰਡਾ ਥਰਮਲ ਪਲਾਂਟ ਦੀ ਜ਼ਮੀਨ ਨੂੰ ਪੁੱਡਾ ਰਾਹੀਂ ਵੇਚਣ ਲਈ ਪ੍ਰਵਾਨਗੀ ਦੇ ਦਿੱਤੀ ਹੈ। ਤੁਸੀਂ ਇਸ ਨੂੰ ਕਿੰਨਾ ਕੁ ਠੀਕ ਸਮਝਦੇ ਹੋ? ਮੈਂ ਇਹਨੂੰ ਬੜਾ ਅਨਫੋਰਚੂਨੇਟ ਮੰਨਦਾ ਪੰਜਾਬ ਲਈ। 1969 ਦੇ ਵਿੱਚ ਥਰਮਲ ਪਲਾਂਟ ਜਿਹੜਾ ਇਹ ਸਥਾਪਨਾ ਦਾ ਮੁੱਢ ਵੱਜਿਆ ਸੀ, ਜਦੋਂ ਗੁਰੂ ਨਾਨਕ ਦੇਵ ਜੀ ਦਾ ਅਸੀਂ 500ਵਾਂ ਜਨਮ ਦਿਨ ਮਨਾ ਰਹੇ ਸੀਗੇ। ਤਾਂ ਉਦੋਂ 1764 ਏਕੜ ਜ਼ਮੀਨ ਜਿਹੜੀ ਹੈ ਉੱਥੇ ਬਠਿੰਡੇ 'ਚ ਐਕਵਾਇਰ ਕਰਕੇ ਇਹ ਥਰਮਲ ਪਲਾਂਟ ਜਿਹੜਾ ਸਥਾਪਿਤ ਕੀਤਾ ਗਿਆ ਸੀ। ਇਹਦੇ 4 ਯੂਨਿਟ ਸੀ। 4 ਯੂਨਿਟ ਪਹਿਲਾਂ ਤਾਂ ਇੱਕ ਕਰਕੇ ਬੰਦ ਕਰ ਦਿੱਤੇ ਗਏ, ਪਰ ਆਈ ਥਿੰਕ ਸਤੰਬਰ 2017 ਦੇ ਵਿੱਚ ਇਹ ਕੰਪਲੀਟ ਜਿਹੜਾ ਸ਼ਟ ਡਾਊਨ ਕਰਤਾ ਸੀ, ਇਹਨੂੰ ਮੁਕੰਮਲ ਤੌਰ 'ਤੇ ਬੰਦ ਕਰ ਦਿੱਤਾ ਗਿਆ ਸੀ। ਹਾਲਾਂਕਿ ਪੰਜਾਬ ਦੀ ਜਿਹੜੀ ਮੌਜੂਦਾ ਸਰਕਾਰ ਹੈ, ਚੋਣਾਂ ਤੋਂ ਪਹਿਲਾਂ ਇਸ ਪਾਰਟੀ ਦੇ ਕਈ ਲੀਡਰਾਂ ਨੇ ਇਹ ਵਾਅਦਾ ਕੀਤਾ ਸੀ ਵੀ ਬਠਿੰਡਾ ਥਰਮਲ ਬੰਦ ਨਹੀਂ ਹੋਊਗਾ। ਸਭ ਤੋਂ ਬੁਨਿਆਦੀ ਸਵਾਲ ਇਹ ਹੈ ਵੀ ਚੋਣਾਂ ਜਿੱਤਣ ਲਈ ਜਾਂ ਚੋਣਾਂ 'ਚ ਵੋਟਾਂ ਲੈਣ ਲਈ ਤੁਸੀਂ ਲੋਕਾਂ ਨਾਲ ਵਾਅਦੇ ਕੀ ਕਰਦੇ ਹੋ ਅਤੇ ਉਦੋਂ ਬਾਅਦ ਉਹਦੇ 'ਤੇ ਖਰੇ ਉਤਰਦੇ ਹੋ ਨਹੀਂ ਕਰਦੇ ਅਗਲੀ ਗੱਲ। ਫਿਰ ਅਗਲਾ ਬੁਨਿਆਦੀ ਸਵਾਲ, ਕੀ ਸਰਕਾਰਾਂ ਦਾ ਕੰਮ ਪ੍ਰੋਪਰਟੀ ਡੀਲਿੰਗ ਕਰਨਾ ਹੈ ਵੀ ਉੱਥੇ ਕਲੋਨੀਆਂ ਕੱਟ ਦਿਓ? ਜਲੰਧਰ ਦੇ ਵਿੱਚ ਗੰਨਾ ਫਾਰਮ ਲਈ ਜ਼ਮੀਨ ਐਕਵਾਇਰ ਹੋਈ, ਹੁਣ ਉੱਥੇ ਕਲੋਨੀਆਂ ਕੱਟ ਦਿੱਤੀਆਂ ਗਈਆਂ, ਉੱਥੇ ਇੱਕ ਮੈਡੀਕਲ ਕਾਲਜ ਬਣਾ ਦਿੱਤਾ ਗਿਆ, ਉੱਥੇ
ਕਰੋੜਾਂ ਅਰਬਾਂ ਰੁਪਏ ਕਮਾ ਲਿੱਤੇ ਗਏ। ਸਭ ਤੋਂ ਵੱਡੀ ਗੱਲ ਜਿਹੜਾ ਬੁਨਿਆਦੀ ਸਵਾਲ ਹੈ ਇਹਦੇ 'ਚ ਇਹ ਉੱਠਦਾ ਹੈ ਵੀ ਕੀ ਜਿਨ੍ਹਾਂ ਜ਼ਮੀਨ ਕਿਸਾਨਾਂ ਤੋਂ ਕੌਡੀਆਂ ਦੇ ਭਾਅ ਜ਼ਮੀਨਾਂ ਲਈਆਂ ਗਈਆਂ ਸੀ ਉਹਨਾਂ ਨੂੰ ਇਹਨਾਂ ਦਾ ਕੀ ਮਿਲਿਆ। ਹੁਣ ਜੇ ਅਸੀਂ ਬਠਿੰਡੇ ਦੀ ਗੱਲ ਕਰੀਏ ਤਾਂ ਜੋ ਮੇਰੀ ਇਹ ਇਮੀਡੀਏਟਲੀ ਫੀਡਬੈਕ ਜਿਹੜੀ ਲਈ ਗਈ ਸੀ, ਉਹ ਦੋ ਤਰ੍ਹਾਂ ਦੀ ਜ਼ਮੀਨ ਹੁੰਦੀ ਹੈ, ਇੱਕ ਬਰਾਨੀ ਹੁੰਦੀ ਹੈ, ਇੱਕ ਚਾਹੀ ਹੁੰਦੀ ਹੈ। ਉਹਨਾਂ ਲਈ ਇਹਨਾਂ ਨੇ 6000 ਤੇ 6500 ਰੁਪਈਆ ਜਿਹੜਾ ਹੈ ਮੁਆਵਜ਼ਾ ਕਿਸਾਨਾਂ ਨੂੰ ਦਿੱਤਾ ਸੀ। ਹੁਣ ਉਸ ਵੇਲੇ ਕਿੰਨੇ ਹੀ ਕਿਸਾਨ ਹੋਣਗੇ ਜਿਹੜੇ ਨਾ ਘਰ ਦੇ ਨਾ ਘਾਟ ਦੇ ਰਹੇ ਹੋਣਗੇ, ਕਿੰਨਿਆਂ ਦਾ ਰੁਜ਼ਗਾਰ ਖੁੱਸ ਗਿਆ, ਕਿੰਨੇ ਸੜਕਾਂ 'ਤੇ ਆ ਗਏ ਹੋਣਗੇ, ਦਿਹਾੜੀ ਕਰਨ ਲਈ ਮਜਬੂਰ ਹੋਣਗੇ। 6000 ਨਾਲ 6500 ਨਾਲ ਕਿੱਲੇ 2 ਕਿੱਲੇ ਵਾਲੇ ਬੰਦੇ ਦਾ ਕੀ ਬਣਿਆ ਹੋਊਗਾ, ਕਿੰਨੇ ਹੀ ਉਹ ਕਿਸਾਨ ਹੋਣਗੇ। ਉਹ ਜਿਹੜੇ ਲੁੱਟੇ ਪੱਟੇ ਗਏ ਉਹਨਾਂ ਨੂੰ ਕੀ ਮਿਲੂ। ਜਿਹੜਾ ਨਵਾਂ ਲੈਂਡ ਐਕੁਜੀਸ਼ਨ ਐਕਟ ਸੀ ਉਹਦੇ ਵਿੱਚ ਕਲੀਅਰ ਕੱਟ ਹੈ ਵੀ ਜੇ ਕਿਸੇ ਪ੍ਰੋਜੈਕਟ ਲਈ ਜ਼ਮੀਨ ਲਈ ਜਾਂਦੀ ਹੈ ਤੇ ਉਹ ਪ੍ਰੋਜੈਕਟ ਉੱਥੇ ਨਹੀਂ ਲੱਗਦਾ ਤਾਂ ਉਹ ਜ਼ਮੀਨ ਜਿਹੜੀ ਆ ਉਹ ਕਿਸਾਨਾਂ ਨੂੰ ਵਾਪਸ ਜਾਊਗੀ। ਗੌਰਮੈਂਟ ਨੇ, ਪੰਜਾਬ ਗੌਰਮੈਂਟ ਨੇ ਮਾਨਸਾ ਜ਼ਿਲ੍ਹੇ ਦੇ ਵਿੱਚ ਗੋਬਿੰਦਪੁਰਾ 'ਚ ਇੱਕ ਥਰਮਲ ਪਲਾਂਟ ਲਾਉਣ ਲਈ, ਪ੍ਰਾਈਵੇਟ ਸੈਕਟਰ ਦਾ ਥਰਮਲ ਪਲਾਂਟ ਲਾਉਣ ਲਈ ਜ਼ਮੀਨ ਅਕਵਾਇਰ ਕੀਤੀ। ਅਜੇ ਤੱਕ ਉੱਥੇ ਥਰਮਲ ਨਹੀਂ ਲੱਗਿਆ। ਕੀ ਸਰਕਾਰ ਉੱਥੇ ਕਲੋਨੀ ਕੱਢੂਗੀ ਜਾਂ ਉਹ ਕਿਸੇ ਜ਼ਮੀਨ ਜਿਹੜੀ ਆ ਉਹ ਕਿਸਾਨਾਂ ਨੂੰ ਵਾਪਸ ਜਾਊਗੀ? ਇਹ ਬਹੁਤ ਵੱਡਾ ਸਵਾਲ ਹੈ। ਫਿਰ ਬਰਨਾਲਾ ਦੇ ਵਿੱਚ ਖੰਡ ਮਿੱਲ ਲਈ ਇੱਕ ਜ਼ਮੀਨ ਅਕਵਾਇਰ ਕੀਤੀ ਗਈ। ਕਿੰਨੇ ਕਿਸਾਨ ਉੱਥੇ ਮਰੇ, ਲੰਬੀ ਐਜੀਟੇਸ਼ਨ ਚੱਲੀ, ਉੱਥੇ ਕੋਈ ਖੰਡ ਮਿੱਲ ਨਹੀਂ ਮਿਲੀ। ਇਹੋ ਜਿਹੇ ਬਹੁਤ ਜਿਹੜੇ ਨੇ ਪ੍ਰੋਜੈਕਟ ਹੋਣਗੇ ਜਿੱਥੇ ਜ਼ਮੀਨਾਂ ਹਾਸਲ ਕੀਤੀਆਂ ਜਾਂਦੀਆਂ, ਡੰਡੇ ਦੇ ਜ਼ੋਰ ਨਾਲ ਸਰਕਾਰਾਂ ਹਾਸਲ ਕਰਦੀਆਂ ਨੇ। ਮੈਂ ਇਹ ਘਟਨਾਵਾਂ ਨੂੰ ਇਸ ਕਰਕੇ ਜੋੜਿਆ ਹੈ ਵੀ ਸਰਕਾਰਾਂ ਦਾ ਕੰਮ ਲੋਕਾਂ ਨੂੰ ਸਹੂਲਤਾਂ ਦੇਣਾ ਹੈ, ਲੋਕਾਂ ਲਈ ਸੂਬੇ ਦੀ, ਮੁਲਕ ਦੀ ਤਰੱਕੀ ਲਈ ਨਵੇਂ ਵੱਡੇ ਪ੍ਰੋਜੈਕਟ ਲਾਉਣਾ ਹੈ, ਨਾ ਕਿ ਪ੍ਰੋਜੈਕਟ ਫੇਲ ਕਰਕੇ ਜਾਂ ਫਿਰ ਪ੍ਰੋਜੈਕਟ ਫੇਲ ਹੋਣ ਦੇ ਤੁਸੀਂ ਪ੍ਰੋਪਰਟੀ ਡੀਲਿੰਗ ਕਰਨ ਲੱਗ ਜਾਣਾ, ਉੱਥੇ ਕਲੋਨੀਆਂ ਕੱਟ ਕੇ ਉੱਥੇ ਪਲਾਟ ਵੇਚਣ ਲੱਗ ਜਾਣਾ। ਉੱਥੇ ਜਿਹੜਾ ਪੈਸਾ ਲੱਗਿਆ ਉਹ ਆਫਟਰ ਆਲ ਪੰਜਾਬ ਦੇ ਲੋਕਾਂ ਦਾ ਹੀ ਪੈਸਾ ਲੱਗਿਆ। ਇਹ ਸਨ ਪੰਜਾਬੀ ਟ੍ਰਿਬਿਊਨ ਦੇ ਸੀਨੀਅਰ ਪੱਤਰਕਾਰ ਦਵਿੰਦਰਪਾਲ ਜੀ, ਜਿਨ੍ਹਾਂ ਨੇ ਤੁਹਾਡੇ ਨਾਲ ਕਰੋਨਾ ਵਾਇਰਸ ਅਤੇ ਪੰਜਾਬ ਕੈਬਨਿਟ ਵੱਲੋਂ ਬਠਿੰਡਾ ਥਰਮਲ ਪਲਾਂਟ ਦੀ ਜ਼ਮੀਨ ਪੁੱਡਾ ਰਾਹੀਂ ਵੇਚਣ ਸੰਬੰਧੀ ਗੱਲਬਾਤ ਕੀਤੀ। ਕੱਲ੍ਹ ਲੋਡੇ ਵੇਲੇ ਫਿਰ ਕਰੀਬ 4:30 ਵਜੇ ਮਿਲਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।